इस किसानी उस संघर्ष का इस चोण ते खास तौर पर अकाली दल ते किस तरह का कोई असर पैण वाला नहीं है। बीजेपी ने मन तू धक्का किया, ये सारा ही गलत हो रहा है। ਇੱਥੇ ਰੈਕੋਰਡ ਦੇ ਵਿੱਚ ਅਕਾਲੀ ਦਲ ਨੂੰ ਪੂਰੇ 15 ਕੈਂਡੀਡੇਟ ਵੀ ਨਹੀਂ ਮਿਲ ਰਹੇ। ਪਿੱਛੇ ਕਾਂਗਰਸ ਨੇ ਜਿਹੜੀ ਆਈ ਹੈ ਉਹਨੇ ਬੜੇ ਲੋਕਾਂ ਨਾਲ ਵਾਅਦੇ ਕੀਤੇ ਸੀ, ਉਹਨਾਂ ਵਾਅਦੇ 'ਚ ਕਿਸੇ ਕੋਈ ਵਾਅਦਾ ਪੂਰਾ ਨਹੀਂ ਕੀਤਾ। ਰਾਏਕੋਟ ਦੇ ਵਿੱਚ ਜੋ ਅੱਜ ਤੱਕ ਕਿਸੇ ਪਾਰਟੀ ਨੇ ਨਹੀਂ ਕੀਤਾ ਤਾਂ ਅਸੀਂ ਆਪਣੀ ਕਮੇਟੀ ਬਣਾ ਕੇ ਅਸੀਂ ਉਹ ਕਰਨ ਦੀ ਕੋਸ਼ਿਸ਼ ਕਰਾਂਗੇ। ਕਿਸਾਨਾਂ ਦੇ ਨਾਲ ਤਾਂ ਮਤਲਬ ਕੋਈ ਅੱਜ ਤਾਈਂ ਹਜੇ ਸਰਕਾਰ ਦੇ ਸਭ ਦੇ ਝੂਠੇ ਵਾਅਦੇ ਹੀ ਆ, ਕੋਈ ਨਹੀਂ ਖੜਿਆ ਹਜੇ ਤਾਈਂ। ਇਹ ਜਿੱਥੇ ਵੀ ਇਹ ਭਾਜਪਾ ਦੇ ਲੀਡਰ ਜਾਂਦੇ ਇਹਨਾਂ ਦਾ ਘਰਾ ਹੁੰਦਾ। ਨਗਰ ਕੌਂਸਲ ਲਈ ਚੋਣ ਪ੍ਰਚਾਰ ਮੁਹਿੰਮ ਪੂਰੇ ਸਿਖਰਾਂ ਤੇ ਹੈ। 14 ਫਰਵਰੀ ਨੂੰ ਮਤਦਾਨ ਹੋਣਾ। ਹਰੇਕ ਪਾਰਟੀ ਦਾ ਉਮੀਦਵਾਰ ਆਪੋ ਆਪਣੀ ਜਿੱਤ ਨੂੰ ਯਕੀਨੀ ਬਣਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਿਹਾ। ਰਾਏਕੋਟ ਹਲਕੇ ਵਿੱਚ ਵੀ ਚੋਣ ਮੈਦਾਨ ਪੂਰੀ ਤਰ੍ਹਾਂ ਭਖਿਆ ਹੋਇਆ। ਇੱਥੇ 15 ਵਾਰਡਾਂ ਲਈ ਨੁਮਾਇੰਦੇ ਚੁਣੇ ਜਾਣੇ ਹਨ। ਅਕਾਲੀ ਦਲ, ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਤੋਂ ਇਲਾਵਾ ਆਜ਼ਾਦ ਤੌਰ ਤੇ ਕਈ ਉਮੀਦਵਾਰ ਚੋਣ ਮੈਦਾਨ 'ਚ ਉਤਰੇ ਹੋਏ ਹਨ। ਪਰ ਕੇਂਦਰ ਵਿੱਚ ਸੱਤਾ ਦਾ ਸੁੱਖ ਮੰਨ ਰਹੀ ਭਾਰਤੀ ਜਨਤਾ ਪਾਰਟੀ ਦਾ ਕੋਈ ਵੀ ਉਮੀਦਵਾਰ ਚੋਣ ਮੈਦਾਨ ਵਿੱਚ ਨਹੀਂ ਹੈ। ਹਰੇਕ ਉਮੀਦਵਾਰ ਵੋਟਰਾਂ ਨੂੰ ਆਪਣੇ ਸਮਰਥਨ ਦੀਆਂ ਅਪੀਲਾਂ ਕਰਦੇ ਹੋਏ ਸਾਰੀ ਬੁਨਿਆਦੀ ਸਹੂਲਤਾਂ ਉਪਲਬਧ ਕਰਾਉਣ ਦਾ ਭਰੋਸਾ ਦੇ ਰਹੇ ਹਨ। देखो जी, श्रोमणी अकाली दल का एजेंडा जोड़ा वा वो इस पंजाब दे विच आपसी भाईचारा ते जिवें कहते हैं विकास मुख्य तौर पर यह है। तो खास तौर पर जिवें अज की तरीक च आपां देखदे हां किसानी की गल कि जिहड़ा अकाली दल है किसानां दी इस मंग नूं लैके पहिलां भी लड़ाई लड़दा रहा, किसानां वास्ते डटवीं हमायत भी करदा रहा, उन्हां दे चंगे भविख दे काम भी करदा रहा। सरदार प्रकाश सिंह बादल जदों भी अकाली दल की सरकार लैके आए तो उदों जिहड़ा किसान और मजदूर वास्ते चंगा भविख सिरजा गया। दूजी तरक्की की गल, विकास की गल, अज इंफ्रास्ट्रक्चर जे देखा जाए जदा देश आज़ाद होया उदों तो लैके हुण तक जो पंजाब के अंदर इंफ्रास्ट्रक्चर पैदा किया वो सिर्फ तो सिर्फ अकाली दल ने पैदा किया। देखो जी, चोण जदों भी होवे दिलचस्पी होंदी है। तो वाकई जिहड़ी तुसीं गल कही है कि जिहड़ा किसानी अंदोलन चल रहा, बिल्कुल किसानी अंदोलन जो चल रहा, पर ये इस तरह की कोई गल नहीं कि किसानी अंदोलन का कोई सियासी चोणों के अंदर कोई प्रभाव पवेगा, क्योंकि अकाली दल डट के किसानी मोर्चे की हमायत कर रहा बहुत वड्डी पद्धर ते। कल भी तुसीं देखा कि जो साडा बहुत वड्डा एक किसान नेता टकैत उसनूं सरदार सुखबीर सिंह जी बादल मिल के आए ने, वो बहुत वड्डा समर्थन पहलां दा ऐलानिया है ही है, पर कल तो उन्होंने स्टेज पर जाके सारा किया जा रहा। सो इस किसानी उस संघर्ष का इस चोण ते खास तौर पर अकाली दल ते किस तरह का कोई असर पैण वाला नहीं है। हाँ, कांग्रेस दी ਜਿਹੜੀਆਂ ਕਿੰਨੇ ਬੇਵਫਾਈਆਂ ਕੀਤੀਆਂ, ਜਿਹੜੀਆਂ वादा खिलाफियां ਕੀਤੀਆਂ, ਉਹਨਾਂ ਦਾ ਜਿਹੜੀ ਗੱਲ ਹੈ ਉਹ ਕੰਧ ਤੇ ਲਿਖੀ ਹੈ। ਲੋਕ ਆਉਣ ਵਾਲੇ ਦਿਨਾਂ 'ਚ ਉਹਦਾ 14 ਤਰੀਕ ਨੂੰ ਜਵਾਬ ਦੇਣਗੇ। ਜਿਹੜੇ ਨਗਰ ਕੌਂਸਲ ਦੀ ਮਨ ਤੋਂ ਵੋਟਾਂ ਆ ਰਹੀਆਂ ਨੇ ਜਾਂ ਆਈਆਂ ਨੇ, ਇਹਦੇ ਵਿੱਚ ਜਿੱਥੇ ਜਿੱਥੇ ਕਿਸੇ ਦਾ ਮਨ ਬਣਾ ਵੋਟਾਂ ਪਾਉਣੀਆਂ, ਪਰ ਜਿਹੜੀ ਕਿਸਾਨੀ ਇਹ ਜਿਹਨਾਂ ਨੇ ਸੰਘਰਸ਼ ਕੀਤਾ, ਬੀਜੇਪੀ ਨੇ ਮਨ ਤੋਂ ਧੱਕਾ ਕੀਤਾ, ਇਹ ਸਾਰਾ ਹੀ ਗਲਤ ਹੋ ਰਿਹਾ ਹੈਗਾ। ਜਿਹੜਾ ਮਨ ਤੋਂ ਗਰੀਬ, ਅਮੀਰ, ਦੁਕਾਨਦਾਰ, ਛੋਟਾ ਜ਼ਿਮੀਂਦਾਰ, ਇਹਨਾਂ ਲਈ ਬਹੁਤ ਮਾੜਾ ਕਰਮ ਇਹ ਬੀਜੇਪੀ ਕਰ ਰਿਹਾ ਹੈਗਾ ਕਿ ਜਿਹੜੇ ਉਹਨੇ ਕਾਲੇ ਕਾਨੂੰਨ ਬਣਾਏ ਨੇ। ਜਦੋਂ ਨੋਟਬੰਦੀ ਉਹਨੇ ਕੀਤੀ ਹੈ ਉਦੋਂ ਇਹਨੇ ਇਹ ਗੱਲ ਕਹੀ ਸੀ ਵੀ ਅਸੀਂ ਜਿਹੜਾ ਕਾਲਾ ਧਨ ਹੈ ਇਹ ਵਾਪਸ ਲਿਆਉਣਾ ਹੈਗਾ। ਉਹ ਕਾਲਾ ਧਨ ਤਾਂ ਕੀ ਵਾਪਸ ਲਿਆਉਣਾ, ਲੋਕਾਂ ਨੂੰ ਗੁੰਮਰਾਹ ਕੀਤਾ ਹੈ। ਇਹਨਾਂ ਨੇ ਗੁੰਮਰਾਹ ਕਰਕੇ ਲੋਕਾਂ ਦਾ ਬਹੁਤ ਬੁਰਾ ਹਾਲ ਕਰ ਦਿੱਤਾ। ਹੋਰ ਮਜ਼ਦੂਰ ਕੀ, ਗਰੀਬ ਕੀ, ਹੋਰ ਕੋਈ ਸਿਆਸੀ ਪਾਰਟੀਆਂ ਨੇ ਉਹਨਾਂ ਦੇ ਸਾਰੇ ਕਾਰੋਬਾਰ ਇਹ ਬੀਜੇਪੀ ਨੇ ਬੰਦ ਕਰ ਦਿੱਤੇ। ਜਿਹੜੀ ਸਰਕਾਰ ਪੰਜਾਬ ਦੇ ਵਿੱਚ ਰਾਏਕੋਟ ਦੇ ਵਿੱਚ ਜਿਹੜਾ ਵੀ ਅਸੀਂ ਉਹ ਕੰਮ ਕਰ ਰਹੇ ਹਾਂ, ਜਾਂ ਅਸੀਂ ਮਨ ਤੂੰ ਇਹ 15 ਦੀਆਂ 15 ਸੀਟਾਂ ਅਸੀਂ ਜਿੱਤਾਂਗੇ, 15 ਦੀਆਂ 15 ਸੀਟਾਂ ਜਿੱਤਾਂਗੇ। ਤੇ ਸਾਡਾ ਇਹੀ ਮਨ ਤੂੰ ਸਵਾਲ ਹੈ, ਜਿਹੜੇ ਮੋਦੀ ਨੇ ਕਾਨੂੰਨ ਬਣਾਏ ਨੇ ਇਹ ਆਪਣੇ ਵਾਪਸ ਲਵੇ, ਠੀਕ ਹੈ ਕਿ ਨਹੀਂ। ਜਿਹੜੇ ਇਹਨੇ ਤਿੰਨੇ ਕਾਨੂੰਨ ਲਾਗੂ ਕੀਤੇ ਨੇ ਇਹਨਾਂ ਨੂੰ ਵਾਪਸ ਲਵੇ ਤਾਂ ਹੀ ਇਹਦਾ ਭਲਾ ਹੋ ਸਕਦਾ। ਆਮ ਆਦਮੀ ਪਾਰਟੀ ਵਿਕਾਸ ਦਾ ਏਜੰਡਾ ਲੈ ਕੇ ਜਾਊਗੀ ਜੀ। ਜੋ ਆਪਣਾ ਦਿੱਲੀ ਮਾਡਲ ਆ ਉਹ ਆਪਾਂ ਇੱਥੇ ਦਿਖਾ ਕੇ ਆਪਦੇ ਸਾਰੇ ਇੱਕ ਵਾਰਡਾਂ ਦੇ ਵਿੱਚ ਦਿੱਲੀ ਮਾਡਲ ਜਦੋਂ ਕੇਜਰੀਵਾਲ ਜੀ ਨੇ ਤੇ ਕੰਮ ਕਰੇ ਨੇ, ਸਿੱਖਿਆ 'ਤੇ ਕਰਿਆ, ਸਵਸਥ 'ਤੇ ਕਰਿਆ, ਤੇ ਜੋ ਡੋਰ ਟੂ ਡੋਰ ਉਹਨਾਂ ਨੇ ਆਪਦੀ ਜਿਹੜੀ ਸੁਵਿਧਾ ਚਾਲੂ ਕਰੀ ਹੋਈ ਆ ਉਹ ਸਾਰੇ ਦੇ ਮੁੱਦਿਆਂ ਲੈ ਕੇ ਅਸੀਂ ਵਿਕਾਸ ਦਾ ਮੇਨ ਮੁੱਦਾ ਲੈ ਕੇ ਚੱਲਾਂਗੇ ਜੀ। ਇੱਥੇ ਰੈਕੋਟ ਦੇ ਵਿੱਚ ਅਕਾਲੀ ਦਲ ਨੂੰ ਪੂਰੇ 15 ਕੈਂਡੀਡੇਟ ਵੀ ਨਹੀਂ ਮਿਲ ਰਹੇ। ਅਕਾਲੀ ਦਲ ਨੂੰ 15 ਕੈਂਡੀਡੇਟ ਵੀ ਨਹੀਂ ਮਿਲ ਰਹੇ। ਜੋ ਮਿਲ ਰਿਹਾ ਉਹ ਨਿਸ਼ਾਨ 'ਤੇ ਲੜਨ ਨੂੰ ਤਿਆਰ ਨਹੀਂ। ਉਹ ਇੱਕ ਫਸੇ ਤੌਰ 'ਤੇ ਲਾ ਲਓ, ਉਹਨਾਂ ਨੇ 7 ਕੈਂਡੀਡੇਟ ਹਲੇ ਲਾਣੇ ਆ, ਬਾਕੀ ਵਾਲੇ ਕੈਂਡੀਡੇਟ ਨੂੰ ਕੋਈ ਮਿਲ ਨਹੀਂ ਰਿਹਾ। ਅਕਾਲੀ ਦਲ ਦਾ ਬੁਰਾ ਹਾਲ ਹੀ ਹੈ ਜੀ ਇੱਥੇ। ਬਾਈਕਾਟ ਤਾਂ ਕਿਸੇ ਵੱਲੋਂ ਨਹੀਂ ਕੀਤਾ ਗਿਆ, ਪਰ ਸ਼੍ਰੋਮਣੀ ਅਕਾਲੀ ਦਲ
ਵਿਕਾਸ ਦੇ ਮੁੱਦੇ ਨੂੰ ਲੈ ਕੇ ਚੋਣਾਂ ਲੜ ਰਿਹਾ ਤੇ ਕਿਉਂਕਿ ਪਿੱਛੇ ਕਾਂਗਰਸ ਨੇ ਜਿਹੜੀ ਆਈ ਹੈ ਉਹਨੇ ਬੜੇ ਲੋਕਾਂ ਨਾਲ ਵਾਅਦੇ ਕੀਤੇ ਸੀ, ਉਹਨਾਂ ਵਾਅਦੇ 'ਚ ਕਿਸੇ ਕੋਈ ਵਾਅਦਾ ਪੂਰਾ ਨਹੀਂ ਕੀਤਾ। ਚਾਹੇ ਉਹ ਕਿਸੇ ਨੂੰ ਨੌਕਰੀ ਦੇਣ ਦੀ ਗੱਲ ਕੀਤੀ, ਚਾਹੇ ਉਹਨਾਂ ਨੇ ਕਰਜ਼ੇ ਮਾਫੀ ਦੀ ਗੱਲ ਕੀਤੀ ਤੇ ਹੋਰ ਬਥੇਰੇ ਗੱਲਾਂ ਕੀਤੀਆਂ ਤੇ ਉਹ ਸਾਰਾ ਕੁਛ ਉਹਦੇ 'ਚ ਝੂਠ ਨਿਕਲਿਆ। ਤੇ ਇਸ ਲਈ ਅੱਜ ਸ਼੍ਰੋਮਣੀ ਅਕਾਲੀ ਦਲ ਜਿਹੜਾ ਪਹਿਲਾਂ ਕਿਸੇ ਵੇਲੇ ਭਾਈਵਾਲੀ ਦੇ ਵਿੱਚ ਅਸੀਂ ਬੀਜੇਪੀ ਨਾਲ ਲੜਦੇ ਸਾਂ, ਅੱਜ ਕਿਉਂਕਿ ਬੀਜੇਪੀ ਇੱਕ ਆਟੋਕ੍ਰੈਟ ਪਾਰਟੀ ਬਣ ਗਈ ਜਿਹੜੀ ਇੱਕ ਪੁਰਖੀ ਰਾਜ ਵੱਲ ਨੂੰ ਤੁਰੀ ਜਾ ਰਹੀ ਹੈ ਤੇ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਇਸ ਗੱਲ ਦੇ ਉਲਟ ਰਿਹਾ। ਸ਼੍ਰੋਮਣੀ ਅਕਾਲੀ ਦਲ ਵੱਧ ਅਧਿਕਾਰਾਂ ਦੀ ਗੱਲ ਕਰਦਾ ਸਟੇਟਾਂ ਨੂੰ ਤੇ ਅਸੀਂ ਕਹਿੰਦੇ ਹਾਂ ਕਿ ਇਹ ਜਿਹੜਾ ਕੁਝ ਬੀਜੇਪੀ ਨੇ ਇਹ ਕਰ ਰਹੀ ਸੀ, ਇਸੇ ਲਈ ਬੀਜੇਪੀ ਨੂੰ ਬੜਾ ਪੁਰਾਣਾ ਸਾਡਾ ਨਾਤਾ ਸੀ, ਅਸੀਂ ਤੋੜਿਆ ਤਾਂ ਕਿ ਲੋਕਾਂ ਨੂੰ ਇਨਸਾਫ ਦਵਾ ਸਕੀਏ। ਅਸੀਂ ਇਹ ਜੋ ਕਿਸਾਨ ਹੈ ਜਿਹਦੇ ਕਿਸਾਨ ਦੇ ਲਈ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਲੜਦਾ ਰਿਹਾ। ਸਭ ਤੋਂ ਵੱਡਾ ਮਸਲਾ ਕਿਸਾਨ ਦਾ ਫਸਲ ਦੀ ਖਰੀਦ ਦਾ ਸੀ, ਸਟੇਟ ਟ੍ਰੇਡਿੰਗ ਦਾ। ਉਹ 1968 ਦੇ ਵਿੱਚ ਜਿਹੜੀ ਸਾਡੀ ਪਹਿਲੀ ਸਰਕਾਰ ਬਣੀ ਉਸ ਸਮੇਂ ਕੇਂਦਰ ਸਰਕਾਰ ਤੋਂ ਸ਼੍ਰੋਮਣੀ ਅਕਾਲੀ ਦਲ ਕਰਾ ਕੇ ਲਿਆ, ਜਿਸਦਾ ਸਿੱਟਾ ਅੱਜ ਤੱਕ ਪੰਜਾਬ ਦੇ ਸਟੇਟ ਟ੍ਰੇਡਿੰਗ ਹੋ ਰਹੀ ਹੈ। ਤੇ ਅੱਜ ਨਾਲ ਹੀ ਉਸ ਦੇ ਨਾਲ ਫਿਰ ਬਾਅਦ ਦੇ ਵਿੱਚ ਕਿਸਾਨ ਦੇ ਲਈ ਬਿਜਲੀ ਮਾਫ ਕੀਤੀ। ਅਜੇ ਇੱਥੋਂ ਤੱਕ ਹੋ ਗਿਆ ਕਿ ਕਿਸਾਨ ਕਦੇ ਰਾਤ ਨੂੰ ਪਾਣੀ ਨਹੀਂ ਲਾਉਣ ਜਾਂਦਾ, ਉਹ ਮੋਟਰ ਛੱਡ ਕੇ ਚੱਲਿਆ ਹੁੰਦਾ ਜਿੰਨਾ ਪੈ ਜਾਵੇ ਤੇ ਇਸ ਲਈ ਕਦੇ ਉਹਨੂੰ ਇੰਨੇ ਆਰਾਮ ਹੋਏ ਨੇ। ਪਿੰਡਾਂ ਦਾ ਵਿਕਾਸ ਬੜਾ ਕੀਤਾ, ਖੇਤਾਂ ਦੇ ਵਿੱਚ ਲੋਕ ਵੱਸਦੇ ਸੀ, ਕਦੇ ਉਹਨਾਂ ਨੂੰ ਬਿਜਲੀ ਨਸੀਬ ਨਹੀਂ ਹੁੰਦੀ ਸੀ। 8 ਘੰਟੇ ਕਿਤੇ ਬਿਜਲੀ ਆ ਗਈ ਮੱਛਰ ਖਾ ਜਾਂਦਾ, ਕੱਲੇ ਘਰ ਨੂੰ 24 ਘੰਟੇ ਬਿਜਲੀ ਦਿੱਤੀ ਗਈ। ਸ਼੍ਰੋਮਣੀ ਅਕਾਲੀ ਦਲ ਨੇ ਹਰ ਗੱਲ ਵਿਕਾਸ ਦੀ ਜੋ ਕਈ ਲੋਕਾਂ ਨੇ ਉਹ ਕੀਤੀ। ਅੱਜ ਅਸੀਂ ਸ਼ਹਿਰ ਦੇ ਲੋਕਾਂ ਨੂੰ ਵੀ ਇਹ ਮਤਲਬ ਵਿਸ਼ਵਾਸ ਦਿਵਾਉਂਦੇ ਹਾਂ ਕਿ ਸ਼ਹਿਰਾਂ ਦਾ ਜੋ ਵਿਕਾਸ ਅੱਜ ਬਹੁਤ ਦੇਰ ਤੋਂ ਲੰਬਾ ਪਿਆ, ਜਾਂ ਸ਼ਹਿਰਾਂ ਦੀ ਹਾਲਤ ਕੋਈ ਬਹੁਤ ਵਧੀਆ ਨਹੀਂ ਹੈ। ਸ਼ਹਿਰਾਂ ਦੇ ਵਿੱਚ ਬਹੁਤ ਗੰਦ ਥਾਂ ਤੇ ਪਿਆ, ਕਿਤੇ ਪਾਣੀ ਖੜਾ, ਕਿਤੇ ਟੋਏ ਪਏ ਹੋਇਆ, ਕਿਤੇ ਕੁਛ ਹੋਇਆ। ਕਿ ਸ਼੍ਰੋਮਣੀ ਅਕਾਲੀ ਦੀ ਸਰਕਾਰ 2022 ਦੇ ਵਿੱਚ ਪੱਕੀ ਆਉਣੀ ਹੈ ਤੇ ਉਹਦੇ ਨਾਲ ਅਸੀਂ ਇਹ ਸ਼ਹਿਰਾਂ ਦਾ ਵਿਕਾਸ ਵੀ ਉਸੇ ਤਰ੍ਹਾਂ ਕਰਨਾ ਹੈ ਜਿਸ ਤਰ੍ਹਾਂ ਇਹ ਸ਼ਹਿਰ ਨਮੂਨੇ ਦੇ ਸ਼ਹਿਰ ਬਣਾ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਦੇਣੇ ਨੇ। ਭਾਜਪਾ ਸਾਡੇ ਤਾਂ ਕਿਤੇ ਮੈਦਾਨ 'ਚ ਨਹੀਂ ਹੈਗੀ, ਨਾ ਸੰਗਰੂਰ ਜ਼ਿਲ੍ਹੇ 'ਚ ਕਿਤੇ ਮੈਦਾਨ ਦੇ ਵਿੱਚ ਹੈ, ਨਾ ਮੈਨੂੰ ਇੱਥੇ ਕਿਤੇ ਦਿੰਦੀ ਹੈ ਭਾਜਪਾ, ਨਾ ਪੰਜਾਬ ਦੇ ਵਿੱਚ ਕਿਤੇ ਦਿੰਦੀ ਹੈ। ਭਾਜਪਾ ਤਾਂ ਸਾਡੇ ਆਸਰੇ ਤੇ ਸਾਡੀਆਂ ਟੰਗਾਂ ਤੇ ਤੁਰਦੀ ਸੀ। ਭਾਜਪਾ ਨੂੰ ਤਾਂ ਕੋਈ ਗੱਲ ਨਹੀਂ ਸੀ ਭਾਜਪਾ ਦੇ ਪੱਲੇ ਪੰਜਾਬ ਦੇ ਕਦੇ ਕੁਝ ਨਹੀਂ ਸੀਗਾ। ਇਹ ਜਨ ਸਿੰਘ ਵੇਲੇ ਦੀ ਵੀ ਗੱਲਾਂ ਨੇ, ਉਸ ਵੇਲੇ ਤੋਂ ਲਾ ਕੇ ਕਦੇ ਭਾਜਪਾ ਸਾਡੇ ਆਸਰੇ ਦੇ ਨਾਲ ਹੀ ਜਿਹੜੇ 4 ਸੀਟਾਂ ਲੈ ਕੇ ਜਾਂਦੀ ਸੀ, ਅਸੀਂ ਲੜ ਲੈਂਦੇ ਸੀ। ਅੱਜ ਭਾਜਪਾ ਨੂੰ ਕਿਤੇ ਕੋਈ ਸਹਾਰਾ ਸਾਡਾ ਹੈ ਨਹੀਂ, ਨਾ ਕਿਸੇ ਹੋਰ ਪਾਰਟੀ ਦਾ ਸਹਾਰਾ ਹੈ ਤੇ ਭਾਜਪਾ ਦਾ ਕਿਤੇ ਵੀ ਮੈਨੂੰ ਨਹੀਂ ਲੱਗਦਾ ਕਿਤੇ ਕੋਈ ਇੱਕ ਵੀ ਉਮੀਦਵਾਰ ਕਾਮਯਾਬ ਹੋਏਗਾ। ਭਾਜਪਾ ਇੱਥੇ ਨਹੀਂ ਆ ਸਕਦੀ ਹੈਗੀ, ਭਾਜਪਾ ਦਾ ਬਹੁਤ ਮਾੜਾ ਹਾਲ ਹੈ ਜੀ। ਇੱਥੇ ਭਾਜਪਾ ਨੂੰ ਨਾ ਵੋਟ ਪੈਣੀ ਆ ਨਾ ਪਾਈਏ ਜੀ। ਕਿਸਾਨੀ ਦੇ ਮੁੱਦੇ ਤੇ ਅਸੀਂ ਕਿਸਾਨਾਂ ਦੇ ਨਾਲ ਆ, ਮਜ਼ਦੂਰ, ਛੋਟਾ ਦੁਕਾਨਦਾਰ, ਫੇਰੀ ਵਾਲਾ ਹੋਵੇ ਜਾਂ ਕਿਸੇ ਵੀ ਕੰਮ ਵਾਲਾ ਹੋਵੇ, ਉਹ ਭਾਜਪਾ ਦੇ ਖਿਲਾਫ ਆ ਜੀ। ਅਸੀਂ ਵਿਕਾਸ ਦਾ ਏਜੰਡਾ ਲੈ ਕੇ ਯਾਨੀ ਕਿ ਆਵਾਂਗੇ। ਸਾਡੇ ਕੋਲ ਸਾਰਿਆਂ ਨਾਲੋਂ ਵੱਡਾ ਏਜੰਡਾ ਸਾਡਾ ਦਿੱਲੀ ਮਾਡਲ ਹੈਗਾ ਵਾ, ਠੀਕ ਆ। ਤੇ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਵੀ ਉਹੀ ਕੁਝ ਕਰਨਾ ਚਾਹੁੰਦੀ ਆ ਜੋ ਸਾਡੇ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਦਿੱਲੀ ਵਿੱਚ ਦਿੱਤਾ, ਕਰਕੇ ਦਿਖਾਇਆ ਲੋਕਾਂ ਲਈ, ਹੈ ਨਾ। ਤੇ ਇਸ ਕਰਕੇ ਇਹ ਸਭ ਨੂੰ ਹੀ ਪਤਾ ਆ ਵੀ ਉਹ ਲੋਕਪ੍ਰਿਯ ਨੇਗੇ, ਵੀ ਜੋ ਉਹਨਾਂ ਨੇ ਵਾਅਦੇ ਕੀਤੇ ਤੇ ਉਹਨਾਂ ਨੇ ਕੀਤੇ, ਆਪਣੇ ਪੂਰੇ ਵੀ ਕੀਤੇ ਨੇ, ਹੈ ਨਾ। ਤੇ ਸਾਡੇ ਵੀ ਇਹੀ ਹੈ ਜੀ ਵੀ ਰਾਏਕੋਟ ਦੇ ਵਿੱਚ ਜੋ ਅੱਜ ਤੱਕ ਕਿਸੇ ਪਾਰਟੀ ਨੇ ਨਹੀਂ ਕੀਤਾ ਤਾਂ ਅਸੀਂ ਆਪਣੀ ਕਮੇਟੀ ਬਣਾ ਕੇ ਅਸੀਂ ਉਹ ਕਰਨ ਦੀ ਕੋਸ਼ਿਸ਼ ਕਰਾਂਗੇ। ਦੇਖੋ ਜੀ, ਜਿਹੜੀ ਤੁਸੀਂ ਪਹਿਲੀ ਗੱਲ ਕਰੀ ਹੈ ਵੀ ਕਿਸਾਨਾਂ ਦਾ ਵਿਰੋਧ ਚੱਲ ਰਿਹਾ ਹੈਗਾ, ਅੰਦੋਲਨ ਚੱਲ ਰਿਹਾ, ਬਿਲਕੁਲ ਸਹੀ ਗੱਲ। ਅਸੀਂ ਜਿਹੜੇ ਸ਼੍ਰੋਮਣੀ ਅਕਾਲੀ ਦਲ ਆ ਇਹ ਕਿਸਾਨਾਂ ਦੀ ਪਾਰਟੀ ਆ। ਅਕਾਲੀ ਦਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ ਆਪਣਾ ਸਿਆਸੀ ਜੀਵਨ ਸ਼ੁਰੂ ਹੀ ਕਿਸਾਨੀ ਤੋਂ ਕੀਤਾ ਹੈਗਾ। ਸੋ ਇਹ ਜਿੱਥੇ ਤੱਕ ਇਹਦਾ ਸਵਾਲ ਆ, ਕਿਸਾਨ ਸਾਡੇ ਭਰਾ ਨੇ, ਅਸੀਂ ਹਮੇਸ਼ਾ ਹੀ ਕਿਸਾਨਾਂ ਦੇ ਨਾਲ ਆ। ਔਰ ਦੂਸਰੀ ਗੱਲ ਇਹ ਹੈ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਬੀਜੇਪੀ ਦੀ, ਸਾਡੇ ਇੱਥੇ ਹਲਕਾ ਰਾਏਕੋਟ ਦੇ ਵਿੱਚ ਇੱਕ ਵੀ ਬੰਦਾ ਬੀਜੇਪੀ ਦਾ ਇਲੈਕਸ਼ਨ ਨਹੀਂ ਲੜ ਰਿਹਾ। ਸਾਡੀ ਸ਼੍ਰੋਮਣੀ ਅਕਾਲੀ ਦਲ ਚੜ੍ਹਦੀ ਕਲਾ 'ਚ ਆ, ਕਿਸਾਨਾਂ ਦਾ ਸਾਨੂੰ ਸਮਰਥਨ ਆ, ਅਸੀਂ ਕਿਸਾਨਾਂ ਨੂੰ ਸਮਰਥਨ ਕਰਦੇ ਹਾਂ ਕਿਉਂਕਿ ਜੇ ਕਿਸਾਨੀ ਆ ਤਾਂ ਪੰਜਾਬ ਤਾਂ ਹਿੰਦੁਸਤਾਨ ਖੁਸ਼ਹਾਲ ਹੈ। ਗੱਲ ਹੈ ਕੋਈ ਫਰਕ ਨਹੀਂ ਪੈਣਾ ਭਾਜਪਾ ਦੀ, ਤਾਂ ਆਪਾਂ ਨੂੰ ਸਾਰਿਆਂ ਨੂੰ ਪਤਾ। ਇਕੱਲੇ ਪੰਜਾਬ ਦੀ ਨਾ ਗੱਲ ਕਰੇ, ਭਾਜਪਾ ਤਾਂ ਹਿੰਦੁਸਤਾਨ ਦੇ ਵਿੱਚ ਇਹਦਾ ਸਫਾਇਆ ਹੋਣ ਜਾ ਰਿਹਾ। ਮੋਦੀ ਦਾ ਜਿਹੜਾ ਹੰਕਾਰ ਆ ਉਹ ਮੋਦੀ ਬੀਜੇਪੀ ਨੂੰ ਲੈ ਬੈਠੂਗਾ। ਅਸੀਂ ਦੇਖੋ ਜੋ ਪਹਿਲਾਂ ਅੱਜ ਤੋਂ 5 ਸਾਲ ਪਹਿਲਾਂ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਜੀ ਦੀ ਸਰਕਾਰ ਦੁਆਰਾ ਜਿੰਨੀ ਡਿਵੈਲਪਮੈਂਟ ਹੋਈ ਆ, ਕਾਂਗਰਸ ਸਰਕਾਰ ਨੇ ਕੋਈ ਵੀ ਡਿਵੈਲਪਮੈਂਟ ਨਹੀਂ ਕੀਤੀ। ਉਹ ਜਿਹੜੀ ਡਿਵੈਲਪਮੈਂਟ ਚੱਲ ਰਹੀ ਆ ਉਹ ਬਾਦਲ ਸਾਹਿਬ ਦੇ ਜਿਹੜੇ ਪੈਸੇ ਦਿੱਤੇ ਗਏ ਸੀਗੇ ਉਹੀ ਪੈਸਾ ਲੱਗ ਰਿਹਾ, ਸਰਕਾਰ ਦਾ ਆਪਣਾ ਕੋਈ ਪੈਸਾ ਨਹੀਂ ਲੱਗ ਰਿਹਾ। ਔਰ ਵੱਡੀ ਦੁੱਖ ਦੀ ਗੱਲ ਨਾਲ ਮੈਂ ਇਹ ਕਹਿ ਰਿਹਾ ਕਿ ਇੱਥੋਂ ਦੇ ਡਾਕਟਰ ਅਮਰ ਸਿੰਘ ਜਿਹੜੇ ਕਿ ਮੈਂਬਰ ਪਾਰਲੀਮੈਂਟ ਨੇ, ਤੁਸੀਂ ਇਸ ਹਲਕਾ ਰਾਏਕੋਟ ਦੇ ਵਿੱਚ ਜਾ ਕੇ ਸ਼ਹਿਰ ਵਿੱਚ ਜਾ ਕੇ ਦੇਖੋ, ਕਿਤੇ ਵੀ ਕੋਈ ਕੰਮ ਨਹੀਂ ਚੱਲ ਰਿਹਾ। ਜੋ ਪੈਸਾ ਬਾਦਲ ਸਾਹਿਬ ਦਾ ਲੱਗਿਆ ਰਿਹਾ ਉਹੀ ਚੱਲ ਰਿਹਾ। ਕਿਸਾਨੀ ਜੋ ਸੰਘਰਸ਼ ਚੱਲ ਰਿਹਾ ਵਾ ਉਹ ਤਾਂ ਲੋਕ ਸਿਆਣੇ ਆ ਜੀ। ਹੁਣ ਉਹ ਚਾਹੁੰਣਗੇ ਵੀ ਮਤਲਬ ਸਾਨੂੰ ਕਿਹੜੀ ਸਰਕਾਰ ਜਾਂ ਸਾਨੂੰ ਕਿਸਾਨ ਚਾਹੀਦੇ ਆ ਜਾਂ ਸਰਕਾਰਾਂ ਚਾਹੀਦੀਆਂ, ਜਿਹੋ ਜਿਹੇ ਕੰਮ ਹੋਣਗੇ ਤੇ ਉਧਰਲੇ ਪਾਸੇ ਨੂੰ ਉਹ ਜਾਣਗੇ। ਲੋਕੀ ਬਦਲਾਅ ਚਾਹੁੰਦੇ ਨੇ, ਠੀਕ ਹੈ ਨਾ ਜੀ।
ਬਦਲਾਅ ਇਹ ਜਿਵੇਂ ਹੁਣ ਤੁਸੀਂ ਦੇਖ ਲਓ ਵੀ ਸਿਸਟਮ ਕਿਸਾਨਾਂ ਦੇ ਨਾਲ ਤਾਂ ਮਤਲਬ ਕੋਈ ਅੱਜ ਤਾਈਂ ਹਜੇ ਸਰਕਾਰ ਦੇ ਸਭ ਦੇ ਝੂਠੇ ਵਾਅਦੇ ਹੀ ਆ, ਕੋਈ ਨਹੀਂ ਖੜਿਆ ਹਜੇ ਤਾਈਂ। ਕਿਸਾਨ ਹੀ ਮੂਹਰੇ ਹੋ ਕੇ ਸੰਘਰਸ਼ ਲੜ ਰਹੇ ਨੇ। ਜਿੰਨਾ ਜ਼ੁਲਮ ਆਪਣੇ ਬਾਰਡਰਾਂ ਤੇ ਹੋ ਰਿਹਾ ਵਾ ਉਹ ਬੀਜੇਪੀ ਰਾਹੀਂ ਹੋ ਰਿਹਾ ਵਾ, ਇਹ ਕਿਸੇ ਹੋਰ ਦੇ ਰਾਹੀਂ ਤਾਂ ਨਹੀਂ ਹੋ ਰਿਹਾ। ਲੋਕੀ ਸਿਆਣੇ ਆ ਜੀ, ਸਭ ਪਤਾ ਲੋਕਾਂ ਨੂੰ। ਹਲਕਾ ਰੈਕੋਟ ਦੇ ਵਿੱਚ ਜਿਹੜੀ ਐਮਸੀ ਦੀ ਚੋਣ ਹੋ ਰਹੀ ਆ ਉਹਦੇ ਸਬੰਧ ਦੇ ਵਿੱਚ ਅੱਜ ਨਾਮਜ਼ਦਗੀਆਂ ਅਸੀਂ ਭਰ ਕੇ ਆਏ ਆ 15 ਦੇ 15 ਕੈਂਡੀਡੇਟ। ਤੇ ਇਹ ਅਸੀਂ ਜਿਹੜਾ ਹਲਕਾ ਰੈਕੋਟ ਦੀ ਜਿਹੜੀ ਚੋਣ ਹੋਣ ਜਾ ਰਹੀ ਆ ਇਹਦੇ ਵਿੱਚ ਮੈਂ ਸਭ ਤੋਂ ਪਹਿਲਾਂ ਇਹ ਦੱਸਣਾ ਚਾਹੁੰਦਾ ਕਿ ਜਿਹੜੀ ਇੱਥੇ ਮੌਜੂਦਾ ਕਾਂਗਰਸ ਦੀ ਵਜ਼ਾਰਤ ਆ ਉਹਦੇ ਵੱਲੋਂ ਜਿਵੇਂ ਅੱਜ ਹਿੰਦੁਸਤਾਨ ਦੇ ਵਿੱਚ ਸਾਰੇ ਦੁਹਾਈ ਮੱਚੀ ਹੋਈ ਆ ਜਿਹੜੀ ਬਿੱਲਾਂ ਨੂੰ ਲੈ ਕੇ, ਪਰ ਜਿਹੜਾ ਹਲਕਾ ਰੈਕੋਟ ਦੇ ਕਾਂਗਰਸ ਦੀ ਵਜ਼ਾਰਤ ਆ ਉਹਨੂੰ ਇਸ ਜਿਹੜੀ ਤਬਾਹੀ ਮੱਚੀ ਹੋਈ ਆ, ਦੁਹਾਈ ਮੱਚੀ ਹੋਈ ਆ ਕਾਂਗਰਸ ਦਾ ਬਿੱਲਾਂ ਨੂੰ ਲੈ ਕੇ, ਪਰ ਜਿਹੜਾ ਮੌਜੂਦਾ ਕਾਂਗਰਸ ਵਾਲੇ ਇੱਥੇ ਨੁਮਾਇੰਦਗੀ ਕਰ ਰਹੇ ਉਹ ਥਾਂ ਦੇ ਉੱਤੇ ਉਸ ਆੜ ਦੇ ਵਿੱਚ ਬੋਰਡ ਲਵਾ ਰਿਹਾ, ਕੋਈ ਨੀਂਹ ਪੱਥਰ ਰੱਖ ਰਿਹਾ, ਕੋਈ ਸੜਕਾਂ ਦਾ ਨੀਂਹ ਪੱਥਰ ਰੱਖ ਰਿਹਾ, ਪਰ ਉਸ ਨੂੰ ਇਹ ਨਹੀਂ ਪਤਾ ਕਿ ਜਦ ਕਾਰਪੋਰੇਟ ਘਰਾਣਿਆਂ ਦੇ ਵਿਰੁੱਧ ਪੂਰੀ ਦੇਸ਼ ਦੇ ਵਿੱਚ ਮੁਹਿੰਮ ਚੱਲ ਰਹੀ ਆ, ਜਿਹੜੇ ਇੱਥੇ ਰੈਕੋਟ ਦੇ ਵਿੱਚ ਕਾਂਗਰਸੀ ਮੌਜੂਦਾ ਜਿਹੜੇ ਕਾਰਪੋਰੇਟ ਘਰਾਣੇ ਇੱਥੇ ਕਬਜ਼ਾ ਕਰਨ ਨੂੰ ਚਾਹੁੰਦੇ ਆ ਉਹਨਾਂ ਨੂੰ ਇੱਥੋਂ ਜਿਹੜੀ ਨਿਜਾਤ ਦਿਵਾਈ ਜਾਊਗੀ। ਤੇ ਜਿਹੜੇ ਅਸੀਂ 15 ਦੇ 15 ਕੈਂਡੀਡੇਟ ਉਸ ਅਕਾਲ ਪੁਰਖ ਵਾਹਿਗੁਰੂ ਦੀ ਮਿਹਰ ਦੇ ਨਾਲ ਜਿੱਤ ਕੇ ਇਸ ਹਲਕੇ ਦੀ ਇਸ ਰਾਏਕੋਟ ਦੀ ਨੁਮਾਇੰਦਗੀ ਆ ਜਿਹੜੀ ਆਮ ਆਦਮੀ ਪਾਰਟੀ ਦੀ ਝੋਲੀ 'ਚ ਪਾਵਾਂਗੇ। ਦੇਖੋ ਜੀ, ਅਕਾਲੀ ਦਲ ਹਮੇਸ਼ਾ ਵਿਕਾਸ ਦੇ ਏਜੰਡੇ ਤੇ ਲੜਿਆ ਚੋਣ। ਇਸ ਤੋਂ ਪਹਿਲਾਂ ਵੀ ਜਿੰਨੇ ਵਾਅਦੇ ਅਕਾਲੀ ਦਲ ਨੇ ਕੀਤੇ ਉਹ ਪੂਰੇ ਕੀਤੇ ਆ, ਪਰ ਅੱਜ ਦੀ ਘੜੀ ਦੀ ਸਿਚੁਏਸ਼ਨ ਬੈਠੀ ਹੋਈ ਆ, ਕਾਂਗਰਸ ਸਰਕਾਰ ਨੇ ਵਾਅਦਾ ਖਿਲਾਫੀ ਕੀਤੀ ਆ, ਝੂਠ ਬੋਲ ਕੇ ਸਰਕਾਰ 'ਚ ਆਇਆ। ਤੇ ਉਸ ਤੋਂ ਬਾਅਦ ਵੀ ਹੁਣ ਜਿਹੜਾ ਕਿਸਾਨੀ ਅੰਦੋਲਨ ਚੱਲ ਰਿਹਾ, ਕਿਸਾਨੀ ਅੰਦੋਲਨ ਦੇ ਵਿੱਚ ਵੀ ਕਾਂਗਰਸ ਨੇ ਡਬਲ ਸਟੈਂਡਰਡ ਇਖਤਿਆਰ ਕੀਤਾ, ਭਾਵੇਂ ਉਹ ਸ਼ੇਰੀ ਬਰਾੜ ਦੇ ਪਰਚੇ ਵਾਲੀ ਗੱਲ ਹੋਵੇ ਜਾਂ ਜਿਹੜੇ ਬੀਜੇਪੀ ਵਾਲੇ ਆਗੂਆਂ ਦੇ ਘਰ ਜਿਹੜਾ ਗੋਹਾ ਸਿੱਟ ਕੇ ਸੀ ਉਹਨਾਂ ਤੇ ਵੀ 307 ਦਾ ਪਰਚਾ ਦਿੱਤਾ। ਸੋ ਲੋਕਾਂ ਨੂੰ ਇਹ ਵੀ ਗੁੱਸਾ ਇਹਦੇ ਨਾਲ ਇਹਦੇ ਹੈਗਾ, ਝੂਠ ਦਾ ਗੁੱਸਾ ਤਾਂ ਹੈਗਾ ਹੀ ਹੈਗਾ, ਕਿਸਾਨੀ ਅੰਦੋਲਨ ਵਾਲਾ ਗੁੱਸਾ ਵੀ ਜਿਹੜਾ ਹੈਗਾ ਉਹ ਕਾਂਗਰਸ ਤੇ ਰਹੂਗਾ। ਇਸ ਕਰਕੇ ਸਾਨੂੰ ਕਲੀਅਰ ਕੱਟ ਹੈਗੇ ਵੀ ਅਕਾਲੀ ਦਲ ਪਹਿਲੇ ਦਿਨ ਤੋਂ ਕਿਸਾਨੀ ਅੰਦੋਲਨ ਦੇ ਨਾਲ ਖੜਾ ਵਾ। ਅਸੀਂ ਸਾਰੇ ਉੱਥੇ ਅੰਦੋਲਨ ਦਾ ਪਾਰਟ ਆ, ਅਸੀਂ ਅੱਗੇ ਹੋ ਕੇ ਲੜਾਈ ਲੜ ਰਹੇ ਹਾਂ, ਕਿਸਾਨੀ ਝੰਡੇ ਥੱਲੇ ਹੋ ਕੇ ਲੜਾਈ ਲੜ ਰਹੇ ਹਾਂ। ਤੇ ਆਹ ਐਮਸੀ ਇਲੈਕਸ਼ਨ ਵੀ ਅਸੀਂ ਵਿਕਾਸ ਦੇ ਮੁੱਦੇ ਤੇ ਲੜਿਆ ਤੇ ਵਿਕਾਸ ਦੇ ਮੁੱਦੇ ਤੇ ਹੀ ਜਿੱਤਾਂਗੇ। ਦੇਖੋ ਜੀ, ਜਿਨ੍ਹਾਂ ਨੇ ਵਿਰੋਧ ਕੀਤਾ ਸੀ ਅੱਜ ਉਹਨਾਂ ਦਾ ਹਾਲ ਦੇਖ ਲਓ ਤੁਸੀਂ। ਲੱਖੇ ਨੇ ਵਿਰੋਧ ਕੀਤਾ ਸੀ, ਅੱਜ ਉਹਦਾ ਹਾਲ ਦੇਖ ਲਓ। ਉਹ ਬਿੱਲੀ ਥੱਲਿਓਂ ਬਾਹਰ ਆ ਗਏ। ਉਹ ਕਾਂਗਰਸ ਦੇ ਜਾਂ ਬੀਜੇਪੀ ਦੇ ਏਜੰਟ ਸੀਗੇ। ਉਹ ਲੋਕਾਂ ਨੇ ਜਿਹੜੀ 26 ਤਰੀਕ ਦੀ ਘਟਨਾ ਹੋਈ ਸਾਰਾ ਸਾਹਮਣੇ ਨਿੱਤਰ ਕੇ ਆ ਗਿਆ ਵਾ ਵੀ ਉਹ ਕਿਹਦੇ ਏਜੰਟ ਸੀ, ਸਾਡੇ ਮਾਹੌਲ ਨੂੰ ਖਰਾਬ ਕਰਨਾ ਚਾਹੁੰਦੇ ਸੀਗੇ। ਕੁਝ ਇੱਕਾ ਦੁੱਕਾ ਲੋਕ ਹੁੰਦੇ ਆ ਜੋ ਵਿਰੋਧ ਕਰਦੇ ਆ। ਅਕਾਲੀ ਦਲ ਦੇ ਵਿਰੋਧ ਦੀ ਤੁਸੀਂ ਗੱਲ ਕਰੋ, ਅਕਾਲੀ ਦਲ ਤਾਂ ਕਿਸਾਨਾਂ ਦੀ ਪਾਰਟੀ ਆ। ਪਹਿਲੇ ਦਿਨ ਤੋਂ ਹੀ ਅਕਾਲੀ ਦਲ ਦੇ ਸਾਰੇ ਵਰਕਰ ਭਾਵੇਂ ਯੂਥ ਦੇ ਹੋਣ ਜਾਂ ਹਲਕਾ ਇੰਚਾਰਜ ਹੋਣ, ਸਾਰੇ ਅਸੀਂ ਉੱਥੇ ਬਾਰਡਰਾਂ ਤੇ ਬੈਠੇ ਆ ਤੇ ਨਾਲ ਲੜਾਈ ਲੜ ਰਹੇ ਆ। ਕਿਸਾਨ ਜਥੇਬੰਦੀਆਂ ਲੀਡਰਾਂ ਨੂੰ ਵੀ ਇਹ ਗੱਲ ਕਹੀ ਹੋਈ ਆ ਵੀ ਅਸੀਂ ਪਾਰਟੀ ਦਾ ਝੰਡਾ ਛੱਡ ਕੇ ਕਿਸਾਨੀ ਅੰਦੋਲਨ ਵਿੱਚ ਆਏ ਆ। ਸਾਡਾ ਮੁੱਖ ਏਜੰਡਾ ਕਿਸਾਨੀ ਅੰਦੋਲਨ ਲੜਨਾ, ਕਿਸਾਨੀ ਘੋਲ ਜਿੱਤਣਾ ਵਾ। ਇਸ ਕਰਕੇ ਸਾਡਾ ਉਹਦੇ 'ਚ ਕੋਈ ਵਿਰੋਧ ਨਹੀਂ ਜੀ। ਭਾਜਪਾ ਮੈਨੂੰ ਕਿਤੇ ਗਰਾਊਂਡ ਤੇ ਦੇਖਦੀ ਨਹੀਂ ਗੀ, ਜਾਂ ਤਾਂ ਤੁਹਾਡੇ ਚੈਨਲਾਂ ਤੇ ਦੇਖਦੀ ਹੈ ਭਾਜਪਾ, ਜਾਂ ਆਰਐਸਐਸ ਦੇ ਆਗੂ ਹੁਣ ਲੋਕ ਕਮੈਂਟਾਂ 'ਚ ਉਹਨੂੰ ਗਾਲਾਂ ਕੱਢਦੇ ਆ, ਵਿਊ ਵੱਧਦੇ ਆ। ਪਰ ਗਰਾਊਂਡ ਤੇ ਤੁਸੀਂ ਲੁਧਿਆਣੇ ਤੋਂ ਸ਼ੁਰੂ ਹੋ ਜਾਓ, ਸੰਗਰੂਰ ਤੱਕ, ਡਿੜਬੇ ਤੱਕ, ਮੋਹਾਲੀ ਤੱਕ, ਤੁਹਾਨੂੰ ਭਾਜਪਾ ਦਾ ਕੋਈ ਆਗੂ ਕਿਤੇ ਦਿਖਾਈ ਨਹੀਂ ਦੇਗਾ। ਉਹ ਕਹਿ ਦਿੰਦੇ ਆ ਵੀ ਅਸੀਂ ਇਲੈਕਸ਼ਨ ਲੜਾਂਗੇ, ਇਕੱਲੇ ਇਲੈਕਸ਼ਨ ਲੜਾਂਗੇ। ਦੇਖੋ ਜੀ, ਬਿਆਨ ਦੇਣਾ ਗੱਲ ਹੋਰ ਹੁੰਦੀ ਆ, ਖੜਨਾ ਇਲੈਕਸ਼ਨ 'ਚ ਗੱਲ ਹੋਰ ਹੁੰਦੀ ਆ। ਪੇਪਰ ਭਰਨੇ ਤੇ ਲੋਕਾਂ ਦੀ ਕਚਹਿਰੀ ਵਿੱਚ ਜਾਣਾ, ਕੀ ਮੂੰਹ ਲੈ ਕੇ ਜਾਣਗੇ? ਕਿਸਾਨ ਜਥੇਬੰਦੀਆਂ ਨੇ ਐਲਾਨ ਕਰਤਾ ਵੀ ਭਾਜਪਾ ਦੇ ਚੋਣ ਨਿਸ਼ਾਨ ਤੇ ਕੋਈ ਵੀ ਬੰਦਾ ਜੇ ਚੋਣ ਲੜੂਗਾ ਤਾਂ ਉਹਦਾ ਠੋਕ ਕੇ ਬਹਿਸ਼ਕਾਰ ਕੀਤਾ ਜਾਊਗਾ, ਉਹਨੂੰ ਚੋਣ ਲੜਨ ਨਹੀਂ ਦਿੱਤਾ ਜਾਊਗਾ। ਤੇ ਉਹ ਤਾਂ ਮੈਂ ਕਹਿੰਦਾ ਜੀ, ਜੁੱਤੀਆਂ ਤੋਂ ਬਾਜਾਂ ਥੋੜੀ ਗੱਲ, ਚੋਣਾਂ ਲੜਨ ਵਾਲੀ ਤਾਂ ਬਹੁਤ ਬਾਅਦ ਦੀ ਗੱਲ। ਅੱਜ ਅਸੀਂ ਇੱਥੇ ਜਿਹੜੇ ਸਾਰੇ ਇਕੱਠੇ ਹੋਏ ਆ, ਇਹ ਐਮਸੀ ਜਿਹੜੀ ਇਲੈਕਸ਼ਨ ਹੋ ਰਹੀ ਹੈ ਰਾਏਕੋਟ ਦੇ ਅੰਦਰ, ਇਹਦੇ ਸਿਲਸਿਲੇ ਵਿੱਚ ਇਕੱਠੇ ਹੋਏ ਆ। ਅੱਜ ਸਾਰਿਆਂ ਨੇ ਕਾਗਜ਼ ਭਰੇ ਨੇ ਤੇ ਐਸਡੀਐਮ ਸਾਹਿਬ ਨੂੰ ਦਿੱਤੇ ਨੇ। ਆਮ ਆਦਮੀ ਪਾਰਟੀ ਇੱਥੇ ਆਪਣੇ ਝਾੜੂ ਦੇ ਦੋ ਚੋਣ ਨਿਸ਼ਾਨ ਦੇ ਉੱਪਰ 15 ਤੇ 15 ਸੀਟਾਂ ਦੇ ਉੱਪਰ ਇੱਥੇ ਚੋਣ ਲੜੇਗੀ ਤੇ ਜਿੱਤ ਪ੍ਰਾਪਤ ਕਰੇਗੀ ਜੀ। ਰਾਏਕੋਟ ਨਗਰ ਕੌਂਸਲ ਇਲੈਕਸ਼ਨਾਂ 'ਚ ਕਾਂਗਰਸ ਸਿਰਫ ਔਰ ਸਿਰਫ ਵਿਕਾਸ ਦੇ ਮੁੱਦੇ ਤੇ ਇਹ ਇਲੈਕਸ਼ਨ ਲੜਨ ਜਾ ਰਹੀ ਆ। 10 ਸਾਲ ਤੱਕ ਇੱਥੇ ਅਕਾਲੀ ਭਾਜਪਾ ਪਾਰਟੀਆਂ ਦਾ ਨਗਰ ਕੌਂਸਲ ਤੇ ਕਬਜ਼ਾ ਰਿਹਾ, ਉਹਨਾਂ ਦੇ ਪ੍ਰਧਾਨ ਰਹੇ, ਔਰ ਉਹਨਾਂ ਨੇ ਜਿੰਨਾ ਕੰਮ ਕਰਾਇਆ ਜਾਂ ਨਹੀਂ ਕਰਾਇਆ 10 ਸਾਲਾਂ ਵਿੱਚ, ਉਹਦੇ ਤੋਂ ਵੱਧ ਕੰਮ ਪਿਛਲੇ 5 ਜਾਂ 6 ਮਹੀਨਿਆਂ 'ਚ ਜਦੋਂ ਤੋਂ ਪ੍ਰਬੰਧਕ ਲੱਗਿਆ ਕਾਂਗਰਸ ਪਾਰਟੀ ਨੇ ਡਾਕਟਰ ਅਮਰ ਸਿੰਘ ਜੀ ਦੀ ਅਗਵਾਈ ਹੇਠ ਇੱਥੇ ਕਰਾ ਕੇ ਦਿਖਾਇਆ ਆ। ਤੇ ਚਾਹੇ ਸੀਵਰੇਜ ਟ੍ਰੀਟਮੈਂਟ ਪਲਾਂਟ, ਸੀਵਰੇਜ, ਪਾਰਕਸ, ਕਮਿਊਨਿਟੀ ਸੈਂਟਰ, CCTV ਕੈਮਰਾ, ਸਿਕਿਉਰਿਟੀ ਸਿਸਟਮ ਹੋ ਜੇ, ਬਾਕੀ ਗਲੀਆਂ ਨਾਲੀਆਂ ਦਾ ਕੰਮ ਹੋ ਜੇ, ਤੇ ਸਾਰੇ ਕੰਮ ਅਸੀਂ ਕਰਾਏ। ਔਰ ਕੱਲੇ ਵਿਕਾਸ ਦੇ ਮੁੱਦੇ ਤੇ ਅਸੀਂ ਲੋਕਾਂ ਤੋਂ ਵੋਟਾਂ ਮੰਗਣ ਲਈ ਇਹ ਇਲੈਕਸ਼ਨ ਵਿੱਚ ਅੱਗੇ ਵੱਧ ਰਹੇ। ਨਹੀਂ ਜੀ, ਦੇਖੋ ਮੈਂ ਤੇ ਹਰ ਦਿਨ ਇੱਥੇ ਹੀ ਰਹਿਣਾ ਰਾਏਕੋਟ, ਮੈਂ ਤੇ ਰਾਏਕੋਟ ਦਾ ਨਿਵਾਸੀ ਹਾਂ। ਤੁਸੀਂ ਮੇਰੇ ਆਪਾਂ ਆਪਣੇ ਘਰ ਹੀ ਇੰਟਰਵਿਊ ਕਰ ਰਹੇ ਹਾਂ ਗ੍ਰੀਨ ਸਿਟੀ ਵਿੱਚ।
ਤੇ ਮੈਂ ਹਰ ਦਿਨ ਪਿੰਡਾਂ ਵਿੱਚ ਵੀ ਜਾਂਦਾ। ਸਾਡਾ ਨਾ ਮੇਰਾ ਕੋਈ ਵਿਰੋਧ ਹੈ, ਨਾ ਡਾਕਟਰ ਅਮਰ ਸਿੰਘ ਜੀ ਦਾ ਵਿਰੋਧ ਹੈ, ਤੇ ਮੈਨੂੰ ਨਹੀਂ ਲੱਗਦਾ ਇੱਥੇ ਉਹ ਮੁੱਦਾ ਆ। ਹਾਂ, ਜਿੱਥੇ ਕਿਸਾਨੀ ਲਈ ਖੜਨ ਦੀ ਗੱਲ ਬਣਦੀ ਆ, ਪਹਿਲੇ ਦਿਨ ਤੋਂ ਡਾਕਟਰ ਅਮਰ ਸਿੰਘ ਜੀ ਔਰ ਕਾਂਗਰਸ ਪਾਰਟੀ ਇਹ ਮੁੱਦਾ ਚੱਕ ਰਹੇ ਨੇ। ਕੈਪਟਨ ਅਮਰਿੰਦਰ ਸਿੰਘ ਜੀ ਦੀ ਅਗਵਾਈ ਵਿੱਚ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ 2 ਵਾਰੀ ਕਾਂਗਰਸ ਪਾਰਟੀ ਨੇ ਬੁਲਾਇਆ। ਇੱਕ ਵਾਰੀ ਬੁਲਾ ਕੇ ਅਸੀਂ ਰੈਜ਼ੋਲੂਸ਼ਨ ਪਾਸ ਕੀਤੀ ਔਰ ਦੂਜੀ ਵਾਰੀ ਤੇ ਅਸੀਂ ਕਾਨੂੰਨ ਹੀ ਪਾਸ ਕਰਤੇ ਸੀ। ਤੇ ਇੱਥੇ ਉਹ ਉਸ ਤਰੀਕੇ ਦੀ ਤਕਲੀਫ ਨਹੀਂ, ਕਿਉਂਕਿ ਕਿਸਾਨਾਂ ਨਾਲ ਅਸੀਂ ਖੜੇ ਔਰ ਸਾਡੇ ਹਜ਼ਾਰਾਂ ਦੀ ਗਿਣਤੀ ਵਿੱਚ ਦੇਖੋ, ਕਿਉਂਕਿ ਇਹ ਜਿਹੜਾ ਮੁੱਦਾ ਆ ਇਹ ਕਿਸੇ ਪਾਰਟੀ ਦਾ ਮੁੱਦਾ ਨਹੀਂ ਹੈ। ਜਿਸ ਦਿਨ ਦੀ ਅੰਦੋਲਨ ਸ਼ੁਰੂ ਹੋਇਆ ਆ, ਸਾਰੇ ਲੋਕ ਪਾਰਟੀਬਾਜ਼ੀ ਤੋਂ ਉੱਤੇ ਉੱਠ ਕੇ ਇਹਦੇ ਵਿੱਚ ਹਿੱਸਾ ਲੈ ਰਹੇ ਆ। ਮੈਂ ਵੀ ਬਾਰਡਰਾਂ 'ਤੇ ਗਿਆ ਹੋਇਆ, ਡਾਕਟਰ ਸਾਹਿਬ ਵੀ ਬਾਰਡਰਾਂ 'ਤੇ ਜਾ ਕੇ ਆਏ ਆ, ਤੇ ਕੋਈ ਮੈਨੂੰ ਉਸ ਤਰੀਕੇ ਦਾ ਮੁੱਦਾ ਨਹੀਂ, ਕਿਉਂਕਿ ਅਸੀਂ ਸਾਰੇ ਬਤੌਰ ਪੰਜਾਬੀ ਇਸ ਕਿਸਾਨੀ ਅੰਦੋਲਨ ਵਿੱਚ ਹਿੱਸਾ ਆਪਣਾ ਪਾ ਰਹੇ। ਮੈਨੂੰ ਲੱਗਦਾ ਦੇਖੋ, ਕਿਉਂਕਿ ਜਿਹੜਾ ਇਹ ਕਿਸਾਨੀ ਅੰਦੋਲਨ ਚੱਲਿਆ ਆ, ਜਿਹੜੇ ਮੋਰਚੇ ਲੱਗੇ ਆ, ਜਿਹੜੇ ਲੱਖਾਂ ਦੇ ਤਾਦਾਦ ਵਿੱਚ ਪੰਜਾਬੀ ਬੈਠੇ ਆ, ਇਹ ਹਰ ਪੰਜਾਬੀ ਦੀ ਸਟਰਗਲ ਬਣ ਗਈ ਆ। ਔਰ ਇਹ ਜਿੱਥੇ ਵੀ ਇਹ ਭਾਜਪਾ ਦੇ ਲੀਡਰ ਜਾਂਦੇ, ਇਹਨਾਂ ਦਾ ਘਰਾ ਹੁੰਦਾ, ਇਹਨਾਂ ਨੂੰ ਤਕਲੀਫ ਹੁੰਦੀ। ਅੱਜ ਸਵੇਰੇ ਹੀ ਪੇਪਰ ਵਿੱਚ ਸੀ ਕਿ ਅਨੰਦਪੁਰ ਸਾਹਿਬ ਨਗਰ ਕੌਂਸਲ ਵਿੱਚ ਜਿਹੜੇ ਭਾਜਪਾ ਦੀ ਟਿਕਟਾਂ ਦਿੱਤੀਆਂ ਅਨਾਉਂਸ ਕੀਤਾ ਗਿਆ ਕਿ ਇਹ ਭਾਜਪਾ ਦੇ ਕੈਂਡੀਡੇਟ ਆ, ਉਹਨਾਂ ਨੇ ਵਿਡਰਾਅ ਕਰ ਲਿਆ ਔਰ ਕਿਹਾ ਕਿ ਅਸੀਂ ਇੰਡੀਪੈਂਡੈਂਟ ਲੜਾਂਗੇ। ਤੇ ਮੈਨੂੰ ਨਹੀਂ ਲੱਗਦਾ ਕਿ ਭਾਜਪਾ ਦਾ ਕੋਈ ਪੰਜਾਬ 'ਚ ਹੁਣ ਆਧਾਰ ਬਚਿਆ। ਸ਼ੁਰੂ ਤੋਂ ਅਸੀਂ ਸਾਰੇ ਇਹਦੇ ਵਿੱਚ, ਔਰ ਇਹ ਜਿਹੜਾ ਪੂਰੀ ਮੂਵਮੈਂਟ ਆ, ਇਹ ਹਰ ਪੰਜਾਬੀ ਦੀ ਜ਼ਿੰਮੇਵਾਰੀ ਆ, ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਆਪਾਂ ਇਸ ਮੂਵਮੈਂਟ ਵਿੱਚ ਵੱਧ ਤੋਂ ਵੱਧ ਆਪਣਾ ਯੋਗਦਾਨ ਪਾਈਏ। ਔਰ ਅਸੀਂ ਸਾਰਿਆਂ ਨੇ ਪਾਇਆ ਆ, ਕੈਪਟਨ ਸਾਹਿਬ ਨੇ ਪਾਇਆ ਆ, ਡਾਕਟਰ ਅਮਰ ਸਿੰਘ ਜੀ ਨੇ ਪਾਇਆ, ਤੇ ਮੈਨੂੰ ਪੂਰਾ ਯਕੀਨ ਹੈ ਕਿ ਸਾਰੇ ਲੋਕਾਂ ਦਾ ਪੂਰਾ ਸਮਰਥਨ ਮਿਲੇਗਾ। ਰਾਏਕੋਟ ਹਲਕੇ 'ਚ ਹੋਣ ਵਾਲੀਆਂ ਨਗਰ ਕੌਂਸਲ ਚੋਣਾਂ ਦੀਆਂ ਤਿਆਰੀਆਂ ਬਾਰੇ ਗੱਲ ਕਰਦਿਆਂ ਐਸਡੀਐਮ ਹਿਮਾਂਸ਼ੂ ਗੁਪਤਾ ਨੇ ਦੱਸਿਆ ਕਿ 15 ਵਾਰਡਾਂ ਦੇ ਲਈ ਕਰੋਨਾ ਦੇ ਮੱਦੇਨਜ਼ਰ 30 ਪੋਲਿੰਗ ਬੂਥ ਬਣਾਏ ਗਏ ਨੇ, ਜਿਸ ਨੂੰ ਲੈ ਕੇ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਐਸਡੀਐਮ ਕਮ ਚੋਣ ਅਫਸਰ ਡਾਕਟਰ ਹਿਮਾਂਸ਼ੂ ਗੁਪਤਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਰਾਏਕੋਟ ਦੇ ਨਾਲ 14 ਤਰੀਕ ਨੂੰ ਪੰਜਾਬ ਦੇ ਹੋਰ ਹਿੱਸਿਆਂ ਵਿੱਚ ਵੀ VOTING ਹੋਣੀ ਹੈ, ਜਿਸ ਦੇ ਮੱਦੇਨਜ਼ਰ ਚੋਣਾਂ ਸ਼ਾਂਤੀਪੂਰਵਕ ਕਰਾਉਣ ਲਈ ਸੁਰੱਖਿਆ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਉਹਨਾਂ ਇਹ ਵੀ ਦੱਸਿਆ ਕਿ 2 ਫਰਵਰੀ ਤੱਕ ਕੁੱਲ 41 ਉਮੀਦਵਾਰ ਆਪਣੀਆਂ ਨਾਮਜ਼ਦਗੀਆਂ ਭਰ ਚੁੱਕੇ ਨੇ। ਨਗਰ ਕੌਂਸਲ ਰਾਏਕੋਟ ਦੇ ਅੰਦਰ ਸਾਡੇ ਟੋਟਲ 15 ਵਾਰਡ ਨੇ, ਜਿਹਦਾ ਲਈ ਅਸੀਂ ਹਰ ਵਾਰਡ ਦੇ ਵਿੱਚ ਕੋਵਿਡ ਦੀ ਗਾਈਡਲਾਈਨਸ ਨੂੰ ਮੱਦੇਨਜ਼ਰ ਰੱਖਦੇ ਹੋਏ ਹਰ ਵਾਰਡ ਵਿੱਚ 2 ਬੂਥ ਅਸੀਂ ਤਿਆਰ ਕੀਤੇ ਨੇ। ਸੋ 15 ਵਾਰਡਸ ਦੇ ਪਿੱਛੇ 30 ਬੂਥ ਨੇ ਸਾਡੇ ਕੋਲ, ਜਿਨ੍ਹਾਂ ਦੇ ਵਿੱਚ ਤਕਰੀਬਨ 20,700 ਦੇ ਕਰੀਬ ਜਿਹੜੀਆਂ ਵੋਟਾਂ ਪੋਲ ਹੋਈਆਂ ਨੇ। ਸਾਰਾ ਕੰਮ ਜਿਹੜਾ ਹੈ ਬਹੁਤ ਵਧੀਆ ਸ਼ਾਂਤੀਪੂਰਵਕ ਤਰੀਕੇ ਨਾਲ ਹੋ ਰਿਹਾ ਹੈ। ਤਿਆਰੀਆਂ ਇਸ ਤਰ੍ਹਾਂ ਨੇ ਕਿ ਕੱਲ 2 ਤਰੀਕ ਤੱਕ ਸਾਡੇ ਕੋਲ ਟੋਟਲ 41 ਨੋਮੀਨੇਸ਼ਨਾਂ ਜਿਹੜੀਆਂ ਨੇ ਰਿਸੀਵ ਹੋ ਗਈਆਂ ਨੇ। ਅੱਜ ਵੀ ਕੁਝ ਨੋਮੀਨੇਸ਼ਨਾਂ ਸਾਡੇ ਕੋਲ ਰਿਸੀਵ ਹੋ ਜਾਣਗੀਆਂ। ਜਿਹੜੀ ਪੋਲਿੰਗ ਸਟਾਫ ਹੈ ਉਹ ਸਾਡੇ ਕੋਲ ਆ ਚੁੱਕਿਆ ਹੈ, ਜਿਨ੍ਹਾਂ ਦੀ ਅਸੀਂ ਰਿਹਰਸਲ ਟ੍ਰੇਨਿੰਗ ਵਗੈਰਾ ਅਸੀਂ ਪਹਿਲੀ ਰਿਹਰਸਲ ਕਰਾ ਚੁੱਕੇ ਹਾਂ, ਔਰ ਦੂਸਰੀ ਟ੍ਰੇਨਿੰਗ ਜਿਹੜੀ ਹੈ 7 ਤਰੀਕ ਨੂੰ ਰੱਖੀ ਗਈ ਹੈ। ਇਸ ਦੇ ਨਾਲ ਹੀ EVMs ਜੋ ਸਾਡੇ ਕੋਲ ਆਈਆਂ ਨੇ ਉਹ ਵੀ ਸਾਨੂੰ ਮਿਲ ਚੁੱਕੀਆਂ ਨੇ, ਜਿਨ੍ਹਾਂ ਦੀ ਤਿਆਰੀ ਜਿਹੜੀ ਹੈਗੀ ਮੰਡੇ ਨੂੰ ਰੱਖੀ ਗਈ ਹੈ। ਸਾਰੀ ਹੀ ਪ੍ਰਕਿਰਿਆ ਜਿਹੜੀ ਹੈ ਬਹੁਤ ਹੀ ਵਧੀਆ ਸ਼ਾਂਤੀਪੂਰਵਕ ਤਰੀਕੇ ਨਾਲ ਹੋ ਰਹੀ ਹੈ। ਸਿਕਿਉਰਿਟੀ ਦੇ ਪੁਆਇੰਟ ਆਫ ਵਿਊ ਨਾਲ ਲੈ ਕੇ ਪੁਲਿਸ ਦੀਆਂ ਟੁਕੜੀਆਂ ਜਿਹੜੀਆਂ ਨੇ ਸਾਡੇ ਕੋਲ ਮੌਜੂਦ ਨੇ। ਕਿਸੇ ਪਾਸੇ ਵੀ ਕੋਈ ਕੰਪਲੇਂਟ ਦਾ ਹਾਲੇ ਤੱਕ ਸਾਡੇ ਕੋਲ ਨਹੀਂ ਆਇਆ ਹੈ। ਮਾਡਲ ਕੋਡ ਆਫ ਕੰਡਕਟ ਜਿਹਨੂੰ ਅਸੀਂ ਕਹਿੰਦੇ ਹਾਂ, ਉਹਦੀ ਵੀ ਪੂਰੀ ਪ੍ਰਕਿਰਿਆ ਦੀ ਪੂਰੀ ਪਾਲਣਾ ਕੀਤੀ ਜਾ ਰਹੀ ਹੈ। ਮੈਨੂੰ ਉਮੀਦ ਹੈ ਕਿ ਜਿਹੜੇ ਆਉਣ ਵਾਲੇ ਇਲੈਕਸ਼ਨ ਹੋਣਗੇ ਬਹੁਤ ਹੀ ਸ਼ਾਂਤੀਪੂਰਵਕ ਤਰੀਕੇ ਨਾਲ ਇੱਥੇ ਨਿਭਣਗੇ। ਸਾਡਾ ਇੱਥੇ SGG ਸੀਨੀਅਰ ਸੈਕੰਡਰੀ ਸਕੂਲ ਹੈ, ਜਿੱਥੇ ਅਸੀਂ ਆਪਣੇ ਸਾਰੇ ਸੈਂਟਰ ਬਣਾਉਂਦੇ ਹਾਂ, ਜਿੱਥੇ ਸਾਡਾ ਸਟਰੋਂਗ ਰੂਮ ਵੀ ਹੈ। ਸਾਡੀ ਪੋਲਿੰਗ ਪਾਰਟੀਜ਼ ਵੀ ਉੱਥੋਂ ਹੀ ਡਿਸਪੈਚ ਹੋਣਗੀਆਂ, ਪੋਲਿੰਗ ਪਾਰਟੀਜ਼ ਉੱਥੇ ਹੀ ਵਾਪਸ ਆਉਣਗੀਆਂ, ਅਤੇ ਕਾਊਂਟਿੰਗ ਸੈਂਟਰ ਵੀ ਅਸੀਂ ਉੱਥੇ ਹੀ ਬਣਾਉਂਦੇ ਹਾਂ। ਸਾਡੇ ਅਸੈਂਬਲੀ ਇਲੈਕਸ਼ਨ, MP ਇਲੈਕਸ਼ਨ, ਪੰਚਾਇਤਾਂ ਦੇ ਇਲੈਕਸ਼ਨ, ਸਾਰੇ ਇਲੈਕਸ਼ਨਾਂ ਦੇ ਵਿੱਚ ਅਸੀਂ ਉਹੀ ਪ੍ਰੈਮਿਸਿਸ ਨੂੰ ਅਸੀਂ ਯੂਜ਼ ਕੀਤਾ ਹੈ। ਤਾਂ ਇਹ ਇਲੈਕਸ਼ਨਾਂ ਦੇ ਵਿੱਚ ਵੀ ਅਸੀਂ ਉਸੇ ਪ੍ਰੈਮਿਸਿਸ ਨੂੰ ਯੂਜ਼ ਕਰਾਂਗੇ। ਪੋਲਿੰਗ ਵਾਲੇ ਦਿਨ ਵਾਸਤੇ ਅਸੀਂ ਪੋਲਿੰਗ ਪਾਰਟੀਜ਼ ਦੀ ਜਿਹੜੀ ਟ੍ਰੇਨਿੰਗ ਸੀ ਅਸੀਂ ਕਰਾ ਚੁੱਕੇ ਹਾਂ। ਪੋਲਿੰਗ ਪਾਰਟੀਜ਼ ਡਿਸਪੈਚ ਹੋਣਗੀਆਂ 13 ਤਰੀਕ ਨੂੰ, ਔਰ 13 ਤਰੀਕ ਨੂੰ ਜਾ ਕੇ ਉਹ ਆਪਣੇ ਬੂਥ ਉੱਥੇ ਸਟੈਬਲਿਸ਼ ਕਰ ਲੈਣਗੀਆਂ। ਉਹਨਾਂ ਦੇ ਨਾਲ ਪੁਲਿਸ ਪਾਰਟੀਜ਼ ਵੀ ਹੋਣਗੀਆਂ। 13 ਨੂੰ ਬੂਥ ਸਟੈਬਲਿਸ਼ ਕਰਕੇ 14 ਨੂੰ ਸਵੇਰੇ 8 ਵਜੇ ਤੋਂ ਪੋਲਿੰਗ ਦਾ ਟਾਈਮ ਸਟਾਰਟ ਹੋ ਜਾਏਗਾ। 8 ਤੋਂ 4 ਜਿਹੜੀ ਹੈ ਪੋਲਿੰਗ ਦਾ ਟਾਈਮ ਰਹੇਗਾ, ਔਰ 8 ਵਜੇ ਤੋਂ ਪਹਿਲਾਂ ਅਸੀਂ ਮੌਕ ਪੋਲ ਜਿਹੜੀ ਹੁੰਦੀ ਹੈ, ਤਾਂ ਕਿ EVMs ਦੇ ਰਿਗਾਰਡਿੰਗ ਅਗਰ ਕਿਸੇ ਦੇ ਡਾਊਟ ਹੈਗਾ ਤਾਂ ਉਹ ਵੀ ਦੂਰ ਕਰਨ ਵਾਸਤੇ ਅਸੀਂ ਮੌਕ ਪੋਲ ਵੀ ਕਰ ਰਹੇ ਹਾਂ। ਤਾਂ ਉਹਦਾ ਟਾਈਮ 1 ਘੰਟਾ ਪਹਿਲਾਂ ਹੋਏਗਾ। 7 ਤੋਂ 8 ਅਸੀਂ ਮੌਕ ਪੋਲ ਕਰਕੇ 8 ਵਜੇ ਪੋਲਿੰਗ ਦਾ ਟਾਈਮ ਸਟਾਰਟ ਹੋ ਜਾਏਗਾ। ਇਹਦੇ ਵਾਸਤੇ ਪੁਲਿਸ ਦੀ ਸਾਡੀ ਟੀਮ ਜਿਹੜੀ ਹੈਗੀ ਮੇਰੇ ਆਫਿਸ ਦੇ ਬਾਹਰ ਤੈਨਾਤ ਹੈਗੀ ਹੈ। ਤਾਂ ਅਸੀਂ ਮਲਟੀਪਲ ਲੈਵਲਸ ਦੇ ਉੱਤੇ ਚੈਕਿੰਗ ਕਰ ਰਹੇ ਹੈਗੇ, ਤਾਂ ਕਿ ਕੋਈ ਇਸ ਤਰ੍ਹਾਂ ਦਾ ਜਿਹੜਾ ਸ਼ਰਾਰਤੀ ਅੰਸਰ ਹੈਗਾ ਉਹ ਸਾਡੇ ਪ੍ਰੈਮਿਸਿਸ ਦੇ ਅੰਦਰ ਨਾ ਆ ਜਾਵੇ। ਬਟ ਮੈਨੂੰ ਇਸ ਗੱਲ ਦੀ ਵੀ ਖੁਸ਼ੀ ਹੈ ਔਰ ਮਾਣ ਹੈ ਕਿ ਰਾਏਕੋਟ ਸ਼ਹਿਰ ਦੇ ਵਿੱਚ ਇਸ ਤਰ੍ਹਾਂ ਦਾ ਪਹਿਲਾਂ ਵੀ ਕਦੇ ਕੋਈ ਇਨਸੀਡੈਂਟ ਨਹੀਂ ਹੋਇਆ। 2.5 ਸਾਲ ਹੋ ਗਏ ਮੈਨੂੰ ਤਾਂ ਜੌਬ ਕਰਦੇ ਹੋਏ, ਤੇ ਇੱਥੇ ਇਸ ਤਰ੍ਹਾਂ ਦਾ ਕਦੇ ਕੋਈ ਇਸ ਤਰ੍ਹਾਂ ਦਾ ਇਨਸੀਡੈਂਟ ਨਹੀਂ ਹੋਇਆ, ਔਰ ਮੈਨੂੰ ਉਮੀਦ ਹੈ ਆਉਣ ਵਾਲੇ ਟਾਈਮ 'ਚ ਵੀ ਇਸ ਤਰ੍ਹਾਂ ਦਾ ਕੁਝ ਨਹੀਂ ਹੋਏਗਾ। ਸ਼ਾਂਤੀਪੂਰਵਕ ਤਰੀਕੇ ਨਾਲ ਸਾਰਾ ਕੰਮ। ਉਹਨਾਂ ਦੱਸਿਆ ਕਿ ਚੋਣ ਅਮਲੇ ਨੂੰ ਪਹਿਲੀ EVM ਦੀ ਰਿਹਰਸਲ ਕਰਵਾਈ ਜਾ ਚੁੱਕੀ ਹੈ ਤੇ ਦੂਜੀ ਰਿਹਰਸਲ 7 ਫਰਵਰੀ ਨੂੰ ਕਰਵਾਈ ਜਾਵੇਗੀ।